ਸਿੱਧੂ ਮੂਸੇਵਾਲੇ ਕੋਲ ਬਹੁਤ ਬਹੁਤ ਵੱਡੀ ਗੱਲ ਇਹ ਸਿਰਫ ਸਰਕਾਰਾਂ ਦੇ ਪਾਏ ਹੋਏ ਪਾਲਤੂ ਹਨ। ਇਹ ਸਿੱਧੂ ਮੂਸੇਵਾਲੇ ਦੀ ਕੀ ਔਕਾਤ ਹੈਗੀ ਕਿ ਨਹੀਂ ਬੋਲ ਦੇਵੇ। ਸਾਰੇ ਕਹਿੰਦੇ ਇਹਨਾਂ ਨੂੰ ਵੋਟਾਂ ਦੀ ਨਹੀਂ ਹੈ, ਹੋਰ ਕੁਛ ਨਹੀਂ ਹੈਗਾ, ਨਾ ਭਗਵੰਤ ਮਾਨ ਬੋਲਿਆ, ਕੋਈ ਨਹੀਂ ਬੋਲਿਆ ਹੈਗਾ। ਸਿੱਧੂ ਮੂਸੇਵਾਲਾ ਆਪਣੇ ਨਾਲ ਜੁੜੀ ਹਰ ਇੱਕ ਘਟਨਾ ਨੂੰ ਗੀਤ ਦੇ ਵਿੱਚ ਬਣਾ ਦਿੰਦਾ ਹੈ ਤੇ ਉਸੇ ਫਿਰ ਗੀਤਾਂ ਦੇ ਵਿੱਚ ਮੂਸੇਵਾਲਾ ਵੱਲੋਂ ਜਿਹੜਾ ਫੁਕਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਤੇ ਹੁਣ ਸਿੱਧੂ ਮੂਸੇਵਾਲ ਨੇ ਇੱਕ ਨਵਾਂ ਗੀਤ ਬਣਾਇਆ। ਨਵਾਂ ਗੀਤ ਜੋ YouTube ਤੇ ਸਿੱਧੂ ਮੂਸੇਵਾਲਾ ਵੱਲੋਂ ਲਾਂਚ ਕੀਤਾ ਗਿਆ ਤੇ ਇਸ ਵਿੱਚ ਤਾਂ ਮੂਸੇਵਾਲਾ ਨੇ ਫੁਕਰਪੁਣੇ ਦੀਆਂ ਸਾਰੀਆਂ ਹੀ ਹੱਦਾਂ ਜਿਹੜੀਆਂ ਨੇ ਉਹ ਟੱਪ ਦਿੱਤੀਆਂ। ਅਸੀਂ ਅਕਸਰ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਗਾਣੇ ਗਾਇਕ ਗਾਉਂਦੇ ਨੇ, ਖਾਸ ਕਰਕੇ ਮੂਸੇਵਾਲਾ, ਤੇ ਲਗਾਤਾਰ ਉਹਨਾਂ ਦੇ ਗਾਣਿਆਂ ਤੇ ਜਿਹੜੇ ਵਿਵਾਦ ਨੇ ਉਹ ਉੱਠਣੇ ਸ਼ੁਰੂ ਹੋ ਜਾਂਦੇ ਜੋ ਬਚਾਅ ਪੱਖ ਹੈ ਉਸਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਸੀ ਕਿ ਮੂਸੇਵਾਲਾ ਨੇ ਜਿਹੜਾ ਹਥਿਆਰ ਯਾਨੀ ਕਿ ਜਿਹੜੀ AK-47 ਉੱਥੇ ਲੱਡਾ ਕੋਠੀ ਦੀ ਸ਼ੂਟਿੰਗ ਰੇਂਜ ਦੇ ਵਿੱਚ ਚਲਾਈ ਸੀ ਉਹ ਦਰਅਸਲ ਅਸਲੀ ਨਹੀਂ ਸੀ, ਨਕਲੀ ਸੀ, ਯਾਨੀ ਕਿ ਇੱਕ ਖਿਡਾਉਣੇ ਵਾਲੀ ਗਨ ਸੀ। ਕਿਉਂਕਿ ਜੇ ਇੱਕ ਪਾਸੇ ਤੁਸੀਂ ਇੰਨੀ ਵੱਡੀ ਫੜ ਮਾਰਦੇ ਹੋ ਕਿ ਮੈਂ ਜੀ ਜੇਲ੍ਹਾਂ ਦੀਆਂ ਸਜ਼ਾਵਾਂ ਤੋਂ ਵੀ ਨਹੀਂ ਡਰਦਾ, ਤੇ ਫਿਰ ਤੁਸੀਂ ਇੱਕ ਪਾਸੇ ਦੂਜੇ ਪਾਸੇ ਇਹ ਕਿਉਂ ਕਹਿ ਰਹੇ ਹੋ ਕਿ ਜਿਹੜੇ ਅਸੀਂ ਹਥਿਆਰ ਚਲਾਏ ਸੀ ਉਹ ਨਕਲੀ ਹਥਿਆਰ ਸੀ। ਯਾਨੀ ਕਿ ਤੁਸੀਂ ਹਥਿਆਰ ਚਲਾਓ ਨਕਲੀ ਤੇ ਲੋਕਾਂ ਨੂੰ ਦੱਸੋ ਅਸਲੀ ਗਾਣਿਆਂ ਦੇ ਵਿੱਚ। ਕਿਉਂਕਿ ਜੋ ਸਰਕਾਰਾਂ ਜਾਂ ਤਾਂ ਸਭ ਕੁਝ ਕਰ ਸਕਦੀਆਂ ਹਨ, ਇਹ ਸਿਰਫ ਇੱਕ ਸੈਂਟਰ ਦੀ ਰਾਜਨੀਤੀ ਹੈ। ਕਿਉਂਕਿ ਸਿੱਖਾਂ ਨੂੰ ਖਤਮ ਕਰਨਾ, ਉਹ ਚਾਹੇ ਬਾਦਲ ਹੋਣ ਚਾਹੇ ਕੈਪਟਨ ਹੋਣ, ਦੋਏ ਉਹਨਾਂ ਦੇ ਪਾਲਤੂ ਆ, ਦੋਹਾਂ ਦੇ ਕਹਿ ਕੁਝ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਸੰਜੇ ਦੱਤ ਦੀ ਗੱਲ ਕਰ ਰਿਹਾ ਤੇ ਮੈਂ ਤਾਂ ਕਹਿੰਦਾ ਕਿ ਮਹਾਰਾਸ਼ਟਰ ਪੁਲਿਸ ਫਿਰ ਬਹੁਤ ਚੰਗੀ ਸੀ ਜਿਹਨੇ ਇੰਨੇ ਵੱਡੇ ਅਦਾਕਾਰ ਨੂੰ ਅਰੈਸਟ ਕੀਤਾ, ਤੇ ਸਾਡੀ ਪੁਲਿਸ ਕਿਉਂ ਇੰਨੀ ਨਕੰਮੀ ਹੋ ਗਈ ਹੈ। ਜੇ ਕੋਈ ਬੰਦਾ ਇੱਕ ਅਪਰਾਧ ਕਰਦਾ ਤੇ ਉਹਦੇ ਖਿਲਾਫ ਮਾਮਲਾ ਵੀ ਦਰਜ ਹੁੰਦਾ ਤੇ ਫਿਰ ਸਾਡੀ ਪੁਲਿਸ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕਦੀ। ਤੇ ਬਿਲਕੁਲ ਸ਼ਰਮਿੰਦਗੀ ਵਾਲੀ ਗੱਲ ਪੰਜਾਬ ਪੁਲਿਸ ਦੇ ਲਈ ਹੈਗੀ ਹੈ ਇੱਥੇ। ਸਾਰੇ ਦੂਜੀ ਗੱਲ ਹੈ ਕਿ ਸੰਜੇ ਦੱਤ ਦੀ ਗੱਲ ਕਰਦਾ ਬਾਈ ਜੀ, ਵੀ ਸੰਜੇ ਨਾਲ ਕੰਪੈਰੀਜ਼ਨ ਕਰ ਰਿਹਾ। ਸੰਜੇ ਦੱਤ ਦੇ ਫਾਦਰ ਨੇ ਤਾਂ ਆਈ ਥਿੰਕ ਬਾਹਰ ਜਦੋਂ ਸ਼ੂਟਿੰਗ ਕਰ ਰਿਹਾ ਸੀ ਉਹਨੂੰ ਬੁਲਾ ਕੇ ਤੇ 에ਅਰਪੋਰਟ ਤੋਂ ਅਰੈਸਟ ਕਰਾਇਆ ਸੀਗਾ। ਤੇ ਸੰਜੇ ਦੱਤ ਦੀ ਅਸਲੀ ਮਰਦ, ਹਾਂਜੀ ਅਸਲੀ ਜਿਹੜਾ ਮਰਦ ਬੰਦਾ ਹੁੰਦਾ ਨਾ, ਉਹ ਇਹ ਨਹੀਂ ਕਹਿੰਦਾ, ਉਹ ਹਮੇਸ਼ਾ ਭੱਜਦਾ ਨਹੀਂ ਹੁੰਦਾ, ਉਹ ਕਹਿੰਦਾ ਹੁੰਦਾ ਵੀ ਮੈਂ ਇਹ ਕੰਮ ਕੀਤਾ। ਇਹ ਦੇਖੋ ਜੀ, ਹੁਣ ਤਾਂ ਕਾਗਜ਼ਾਂ 'ਚ ਇਹ ਕਹਿ ਰਿਹਾ ਨਾ ਮੈਂ ਟਾਇਰ ਵੈਪਨ ਚਲਾਇਆ, ਠੀਕ ਹੈ ਜੀ, ਜੋ ਵੀ ਬੇਲ ਹੋਈ ਹੈ ਇਹਨੇ ਗੱਲ ਕਹੀ ਮੈਂ ਟਾਇਰ ਵੈਪਨ ਚਲਾਇਆ। ਤੇ ਜੇ ਅਸਲੀ ਮਰਦ ਦਾ ਬੱਚਾ ਇਹ ਕਵੇ ਮੰਨੇ, ਐਡਮਿਟ ਕਰੇ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਮੈਂ ਰਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਆਪ ਜੀ ਦੇ ਅੱਗੇ ਹਾਜ਼ਰ ਹੋਇਆ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਸੋ ਸਾਡੇ ਇਸ ਪ੍ਰੋਗਰਾਮ ਨੂੰ ਹਫ਼ਤੇ ਦੇ 5 ਦਿਨ ਦੇਖਿਆ ਜਾ ਸਕਦਾ। ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ 5 ਦਿਨ ਸਾਡਾ ਇਹ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ। ਸੋ ਇਸ ਤੋਂ ਇਲਾਵਾ ਜੋ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਦੇ ਹੋ, ਫੋਨ ਕਾਲ ਕਰਕੇ ਤੁਸੀਂ ਸਾਡੇ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ। ਸਾਡੇ ਜਿਹੜੇ ਫ਼ੋਨ ਨੰਬਰ ਨੇ ਉਹ ਤੁਸੀਂ ਨੋਟ ਕਰ ਲਵੋ ਜੀ। ਜੇਕਰ ਇੰਡੀਆ ਦੇ ਵਿੱਚ ਬੈਠ ਕੇ ਤੁਸੀਂ ਸਾਨੂੰ ਕਾਲ ਕਰਨੀ ਚਾਹ ਰਹੇ ਹੋ ਤਾਂ ਸਾਡਾ ਨੰਬਰ ਹੈ ਜੀ 0175 5000 ਪੂਰਾ 156। ਤੇ ਜੇਕਰ ਇੰਡੀਆ ਤੋਂ ਬਾਹਰ ਕਿਸੇ ਬਾਹਰਲੇ ਮੁਲਕ ਤੋਂ ਤੁਸੀਂ ਸਾਨੂੰ ਕਾਲ ਕਰਨੀ ਚਾਹ ਰਹੇ ਹੋ ਤਾਂ ਸਾਡਾ ਇੰਟਰਨੈਸ਼ਨਲ ਕਾਲਿੰਗ ਦਾ ਜੋ ਨੰਬਰ ਹੈ ਜੀ ਉਹ ਵੀ ਨੋਟ ਕਰ ਲਓ 888 923 2656। ਸੋ ਇਸ ਤੋਂ ਇਲਾਵਾ ਇਸ ਮੌਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਟੀਵੀ ਤੇ ਦੇਖ ਸਕਦੇ ਹੋ। ਅਮਰੀਕਾ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਲਈ ਤੁਹਾਨੂੰ ਗਲੋਬਲ ਪੰਜਾਬ ਟੀਵੀ ਦੇਖਣਾ ਪਏਗਾ ਤੇ ਇਸੇ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਤਾਂ ਕੈਨੇਡਾ ਦੇ ਵਿੱਚ ਤੁਹਾਨੂੰ ਚੈਨਲ ਪੰਜਾਬੀ ਟੀਵੀ ਦੇ ਉੱਪਰ ਇਹ ਪ੍ਰੋਗਰਾਮ ਦਿਖੇਗਾ। ਤੇ ਚੈਨਲ ਪੰਜਾਬੀ ਟੀਵੀ ਤੁਸੀਂ ਦੇਖਣ ਦੇ ਲਈ ਰੋਜ਼ਰਸ, ਬੈਲਸ਼ਾ ਅਤੇ ਟੈਲਸ ਵਰਗੇ ਜਿਹੜੇ ਕੇਬਲ ਨੈਟਵਰਕ ਨੇ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਦੇਖ ਸਕਦੇ ਹੋ। ਇਸ ਤੋਂ ਇਲਾਵਾ ਸੋਸ਼ਲ ਨੈਟਵਰਕਿੰਗ ਦੇ ਪਲੇਟਫਾਰਮ ਫੇਸਬੁੱਕ ਦੇ ਉੱਪਰ ਵੀ ਸਾਡਾ ਇਹ ਪ੍ਰੋਗਰਾਮ ਲਾਈਵ ਆ ਰਿਹਾ ਤੇ ਗਲੋਬਲ ਪੰਜਾਬ ਟੀਵੀ ਨਾਂ ਦੇ ਜੋ ਸਾਡਾ ਪੇਜ ਆ ਉਸ 'ਤੇ ਤੁਸੀਂ ਇਸ ਪ੍ਰੋਗਰਾਮ ਗਲੋਬਲ ਗੱਲਬਾਤ ਨੂੰ ਇਸ ਸਮੇਂ ਵੀ ਦੇਖ ਸਕਦੇ ਹੋ। ਤੇ ਪ੍ਰੋਗਰਾਮ ਨੂੰ ਲਾਈਵ ਦੇਖਣ ਦੇ ਨਾਲ ਨਾਲ ਤੁਸੀਂ ਜਿਹੜੇ ਆਪਣੇ ਸੁਝਾਅ ਨੇ ਉਹ ਸਾਨੂੰ ਕਮੈਂਟਾਂ ਦੇ ਰਾਹੀਂ ਵੀ ਭੇਜ ਸਕਦੇ ਹੋ।
ਸੋ ਦਰਸ਼ਕੋ, ਅੱਜ ਦਾ ਕਿਉਂਕਿ ਸ਼ਨੀਵਾਰ ਦਾ ਦਿਨ ਹੈ, ਇਸ ਕਰਕੇ ਇਸ ਹਫ਼ਤੇ ਦਾ ਸਾਡਾ ਇਹ ਆਖਰੀ ਪ੍ਰੋਗਰਾਮ ਹੋ ਜਾਂਦਾ ਹੈ। ਸੋ ਅੱਜ ਦੀ ਜਿਹੜੇ ਅਸੀਂ ਕੁਝ ਵਿਸ਼ੇ ਲੈ ਕੇ ਆਏ ਹਾਂ, ਅਤੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਬਿਨਾਂ ਕੋਈ ਟਾਈਮ ਖਰਾਬ ਕੀਤਿਆਂ, ਤਾਂ ਸਭ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਇੱਕ ਵਾਰ ਫਿਰ ਤੋਂ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੀ। ਤੁਹਾਨੂੰ ਹਲੇ ਅਸੀਂ ਕੱਲ੍ਹ ਹੀ ਦੱਸ ਕੇ ਹਟੇ ਹਾਂ ਕਿ ਸਿੱਧੂ ਮੂਸੇਵਾਲਾ ਨੂੰ ਆਰਮਸ ਐਕਟ ਤਹਿਤ ਜੋ ਕਿ ਮਾਮਲਾ ਉਹਦੇ 'ਤੇ ਦਰਜ ਹੋਇਆ ਸੀ, ਬੀਤੇ ਦਿਨੀ ਪੱਕੀ ਜਿਹੜੀ ਜ਼ਮਾਨਤ ਹੈ ਉਹ ਅਦਾਲਤ ਨੇ ਦੇ ਦਿੱਤੀ ਸੀ। ਅਤੇ ਅਸੀਂ ਗੱਲਾਂ ਵੀ ਕਰ ਰਹੇ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਨਾਲ ਜੁੜੀ ਹਰ ਇੱਕ ਘਟਨਾ ਨੂੰ ਗੀਤ ਦੇ ਵਿੱਚ ਬਣਾ ਦਿੰਦਾ ਹੈ, ਅਤੇ ਉਸੇ ਫਿਰ ਗੀਤਾਂ ਦੇ ਵਿੱਚ ਮੂਸੇਵਾਲਾ ਵੱਲੋਂ ਜਿਹੜਾ ਫੁਕਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਅਤੇ ਹੁਣ ਸਿੱਧੂ ਮੂਸੇਵਾਲ ਨੇ ਇੱਕ ਨਵਾਂ ਗੀਤ ਬਣਾਇਆ, ਨਵਾਂ ਗੀਤ ਜੋ YouTube 'ਤੇ ਸਿੱਧੂ ਮੂਸੇਵਾਲਾ ਵੱਲੋਂ ਲਾਂਚ ਕੀਤਾ ਗਿਆ, ਅਤੇ ਇਸ ਵਿੱਚ ਤਾਂ ਮੂਸੇਵਾਲਾ ਨੇ ਫੁਕਰਪੁਣੇ ਦੀਆਂ ਸਾਰੀਆਂ ਹੀ ਹੱਦਾਂ ਜਿਹੜੀਆਂ ਨੇ ਉਹ ਟੱਪ ਦਿੱਤੀਆਂ ਨੇ। ਅਤੇ ਇਸ ਨੂੰ ਦੇਖਦੇ ਹਾਂ, ਕਿਉਂਕਿ ਗਨ ਕਲਚਰ ਨੂੰ ਪ੍ਰਮੋਟ ਸਿੱਧੂ ਮੂਸੇਵਾਲਾ ਕਰ ਰਿਹਾ, ਅਤੇ ਲੜਾਈਆਂ ਜੋ ਝਗੜੇ ਨੇ ਇਹਨਾਂ ਗੱਲਾਂ ਦਾ ਜਿਹੜੀ ਆ ਪ੍ਰਮੋਟ ਕਰ ਰਿਹਾ, ਅਤੇ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ 'ਤੇ ਮਨਾਂ 'ਤੇ ਬੁਰਾ ਪ੍ਰਭਾਵ ਪੈ ਰਿਹਾ। ਅਤੇ ਇਸੇ ਕਰਕੇ ਹੁਣ ਇਸ ਗਾਣੇ ਨੂੰ ਲੈ ਕੇ ਵੀ ਸਿੱਧੂ ਮੂਸੇਵਾਲਾ ਦੇ ਖਿਲਾਫ ਕੁਝ ਸ਼ਿਕਾਇਤਾਂ ਵੀ ਦਰਜ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਉਤ ਨਿਰਵਰ ਵੀ ਸ਼ਾਮਿਲ ਨੇ। ਸੋ ਜੇਕਰ ਸਾਡੇ ਦਰਸ਼ਕਾਂ ਨੇ ਮੂਸੇਵਾਲਾ ਦਾ ਇਹ ਨਵਾਂ ਗੀਤ ਨਹੀਂ ਸੁਣਿਆ ਤਾਂ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਨੇ ਹੁਣ ਆਪਣੀ ਤੁਲਨਾ ਬਾਲੀਵੁੱਡ ਦੇ ਸਟਾਰ ਅਦਾਕਾਰ ਸੰਜੇ ਦੱਤ ਦੇ ਨਾਲ ਇਸ ਗਾਣੇ ਦੇ ਵਿੱਚ ਕੀਤੀ ਹੈ, ਕਿਉਂਕਿ ਸੰਜੇ ਦੱਤ ਦੇ ਉੱਪਰ ਵੀ ਆਰਮਸ ਐਕਟ ਤਹਿਤ ਜਿਹੜਾ ਮਾਮਲਾ ਦਰਜ ਹੋਇਆ ਸੀ, ਜਿਸ ਤਰੀਕੇ ਨਾਲ ਹਥਿਆਰ ਸੰਜੇ ਦੱਤ ਨੇ ਆਪਣੇ ਘਰ ਦੇ ਵਿੱਚ ਰੱਖੇ ਸੀ, ਅਤੇ ਉਸ ਦੇ ਲਈ ਸਭ ਨੂੰ ਪਤਾ ਹੈ ਕਿ ਸੰਜੇ ਦੱਤ ਦਾ ਪੂਰਾ ਫਿਲਮੀ ਕੈਰੀਅਰ ਤਬਾਹ ਹੋ ਗਿਆ ਸੀ, ਅਤੇ ਲਗਾਤਾਰ ਅਨੇਕਾਂ ਸਾਲ ਸੰਜੇ ਦੱਤ ਨੂੰ ਜੇਲ੍ਹ ਦੇ ਵਿੱਚ ਬਿਤਾਉਣੇ ਪਏ ਨੇ। ਅਤੇ ਲੇਕਿਨ ਮੂਸੇਵਾਲਾ ਜਿਹੜਾ ਖੁਦ ਨੂੰ ਸੰਜੇ ਦੱਤ ਦੇ ਬਰਾਬਰ ਦੱਸ ਕੇ ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਬਹੁਤ ਉੱਚਾ ਦੱਸਣਾ ਸਿੱਧ ਕਰ ਰਿਹਾ, ਅਤੇ ਇਸ ਦਾ ਪ੍ਰਭਾਵ ਬਿਲਕੁਲ ਸਾਡੀ ਨਵੀਂ ਪਨੀਰੀ, ਕਿਉਂਕਿ ਬਹੁਤ ਜਿਹੜੀ ਨਵੀਂ ਪਨੀਰੀ ਹੈ ਉਹ ਸਿੱਧੂ ਮੂਸੇਵਾਲਾ ਦੀ ਫੈਨ ਹੈ। ਇਸ ਕਰਕੇ ਜਿਹੜਾ ਗਾਇਕ ਸਾਡੀ ਨਵੀਂ ਪਨੀਰੀ ਨੂੰ ਕੁਝ ਚੰਗਾ ਨਹੀਂ ਸਿਖਾ ਸਕਦਾ, ਅਤੇ ਫਿਰ ਉਹਦਾ ਇਹ ਕੋਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਜੇਕਰ ਉਹ ਚੰਗਾ ਨਹੀਂ ਸਿਖਾ ਸਕਦਾ ਅਤੇ ਜਿਹੜੀਆਂ ਬੁਰੀਆਂ ਗੱਲਾਂ ਨੇ ਉਹ ਨੌਜਵਾਨ ਪਨੀਰੀ ਦੇ ਦਿਮਾਗ ਦੇ ਵਿੱਚ ਪਾਵੇ। ਅਸੀਂ ਅਕਸਰ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਗਾਣੇ ਗਾਇਕ ਗਾਉਂਦੇ ਨੇ, ਖਾਸ ਕਰਕੇ ਮੂਸੇਵਾਲਾ, ਅਤੇ ਲਗਾਤਾਰ ਉਹਨਾਂ ਦੇ ਗਾਣਿਆਂ 'ਤੇ ਜਿਹੜੇ ਵਿਵਾਦ ਨੇ ਉਹ ਉੱਠਣੇ ਸ਼ੁਰੂ ਹੋ ਜਾਂਦੇ ਨੇ। ਸੰਗਰੂਰ ਦੇ ਲੱਡਾ ਕੋਠੀ ਦੇ ਵਿੱਚ ਜਿਹੜੀ ਪੁਲਿਸ ਦੀ ਸ਼ੂਟਿੰਗ ਰੇਂਜ ਹੈ, ਉੱਥੇ ਕਰੋਨਾ ਮਹਾਮਾਰੀ ਦੇ ਕਰਫਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਵੱਲੋਂ ਇੱਕ ਗਨ ਚਲਾਈ ਗਈ ਸੀ, ਸ਼ੂਟਿੰਗ ਕੀਤੀ ਗਈ ਸੀ। ਹਾਲਾਂਕਿ ਪਹਿਲਾਂ ਇਸ ਗੱਲ ਨੂੰ AK-47 ਦੱਸਿਆ ਜਾ ਰਿਹਾ ਸੀ, ਕਿਉਂਕਿ ਕੁਝ ਪੁਲਿਸ ਮੁਲਾਜ਼ਮ ਵੀ ਉਸ ਦੇ ਨਾਲ ਉਸ ਦੀ ਸਹਾਇਤਾ ਕਰਦੇ ਸੀ। ਇਸ ਦੀ ਪੂਰੀ ਵੀਡੀਓ ਟਿਕਟੌਕ ਵਰਗੇ ਪਲੇਟਫਾਰਮ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਹੀ ਐਡਵੋਕੇਟ ਰਵੀ ਜੋਸ਼ੀ ਨੇ ਇਸ ਸੰਬੰਧੀ PIL ਦਾਇਰ ਕੀਤੀ ਸੀ, ਅਤੇ ਉਸ ਤੋਂ ਬਾਅਦ ਇੱਕ ਨਾਰਮਲ ਕੇਸ ਪਹਿਲਾਂ ਕਰੋਨਾ ਦੇ ਨਿਯਮ ਤੋੜਨ ਦਾ ਮੂਸੇਵਾਲਾ ਦੇ ਖਿਲਾਫ ਦਰਜ ਹੋਇਆ ਸੀ, ਫਿਰ ਉਸ ਤੋਂ ਬਾਅਦ ਆਰਮਸ ਐਕਟ ਦਾ ਮਾਮਲਾ ਵੀ ਦਰਜ ਕੀਤਾ ਗਿਆ। ਲੇਕਿਨ ਹੁਣ ਜੋ ਬਚਾਅ ਪੱਖ ਹੈ ਉਸਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਸੀ ਕਿ ਮੂਸੇਵਾਲਾ ਨੇ ਜਿਹੜਾ ਹਥਿਆਰ ਯਾਨੀ ਕਿ ਜਿਹੜੀ AK-47 ਉੱਥੇ ਲੱਡਾ ਕੋਠੀ ਦੀ ਸ਼ੂਟਿੰਗ ਰੇਂਜ ਦੇ ਵਿੱਚ ਚਲਾਈ ਸੀ, ਉਹ ਦਰਅਸਲ ਅਸਲੀ ਨਹੀਂ ਸੀ, ਨਕਲੀ ਸੀ, ਯਾਨੀ ਕਿ ਇੱਕ ਖਿਡਾਉਣੇ ਵਾਲੀ ਗਨ ਸੀ। ਅਤੇ ਫਿਰ ਸਵਾਲ ਅਸੀਂ ਇਹ ਹੁਣ ਮੂਸੇਵਾਲਾ ਤੋਂ ਪੁੱਛਣਾ ਬਣਦਾ ਕਿ ਜੇਕਰ ਤੁਸੀਂ ਆਪਣੇ ਗਾਣਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਫੁਕਰੀਆਂ ਮਾਰਦੇ ਹੋ ਕਿ ਹਥਿਆਰਾਂ ਦੇ ਉਹ ਹੋ ਗਈ, ਹੁਣ ਤਾਂ ਇਹ ਵੀ ਕਹਿ ਦਿੱਤਾ ਕਿ 5 ਸਾਲ ਦੀ ਜਿਹੜੀ ਸਜ਼ਾ ਹੈ ਉਹ ਵੱਟ 'ਤੇ ਪਈ ਹੈ, ਅਤੇ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਸੰਜੇ ਦੱਤ ਨੂੰ ਜਾ ਕੇ ਤੁਸੀਂ ਪੁੱਛ ਕੇ ਆਓ ਕਿ ਉਸ 'ਤੇ ਕੀ ਬੀਤੀ ਹੈ, ਉਸ ਦੀ ਅੱਧੀ ਜ਼ਿੰਦਗੀ ਇਸ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਬਰਬਾਦ ਹੋਈ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਆਪਣੀ ਤੁਲਨਾ ਸੰਜੇ ਦੱਤ ਨਾਲ ਕਰਦੇ ਹੋ ਅਤੇ ਫਿਰ ਇਹ ਵੀ ਤੁਸੀਂ ਉਮੀਦ ਕਰੋਗੇ ਕਿ ਉਸ ਦੇ ਵਾਂਗੂ ਜੇਲ੍ਹ ਦੇ ਵਿੱਚ ਵੀ ਕੁਝ ਸਾਲ ਅਸੀਂ ਲਗਾ ਕੇ ਆਈਏ, ਅਜਿਹਾ ਕਿਉਂਕਿ ਕੋਈ ਨਹੀਂ ਚਾਹੁੰਦਾ। ਲੇਕਿਨ ਗਾਣੇ ਕਿੱਥੇ ਤੱਕ ਹੋ ਸਕਦੇ ਨੇ? ਸਾਡਾ ਅੱਜ ਦਾ ਸਵਾਲ ਇਹੀ ਹੈ ਕਿ ਗਾਣਿਆਂ ਦੇ ਵਿੱਚ ਜੋ ਫੋਕਰਪਣਾ ਅਸੀਂ ਮਾਰਦੇ ਹਾਂ, ਜੋ ਫੜਾਂ ਅਸੀਂ ਗਾਇਕ ਸਾਡੇ ਮਾਰਦੇ ਨੇ, ਉਹ ਕਿਸ ਹੱਦ ਤੱਕ ਹੋਣੇ ਚਾਹੀਦੇ? ਆਖਰ ਇਹਨਾਂ ਦੀ ਵੀ ਕੋਈ
ਜਿਹੜੀ ਸੀਮਾ ਉਹ ਨਿਰਧਾਰਿਤ ਹੋਣੀ ਚਾਹੀਦੀ ਹੈ। ਕਦੇ ਕਹਿ ਦਿੰਦੇ ਆ ਜੀ ਕਬਜ਼ਾ ਲੈਣਾ ਜੀ, ਬੰਦੇ ਮਾਰ ਦੇਣੇ ਆ, ਜੇ ਕੋਈ ਬੰਦਾ ਮਾਰਨਾ ਤੇ ਦੱਸ ਅੱਜ ਮੇਰੀ ਅੱਖ ਲਾਲ ਹੈ, ਅੱਜ ਮੇਰੇ ਕੋਲ ਇਹ ਹਥਿਆਰ ਹੈ, ਦੱਸੋ ਕਿਹੜਾ ਬੰਦਾ ਮਾਰਨਾ। ਤੇ ਇਸ ਤਰ੍ਹਾਂ ਦੇ ਜਿਹੜੇ ਫੋਕਰ ਪਣੇ ਜਿਹੜੇ ਗਾਇਕ ਅੱਜ ਕੱਲ੍ਹ ਦੇ ਗੀਤਾਂ ਦੇ ਵਿੱਚ ਦਿਖਾਉਂਦੇ ਨੇ, ਤੇ ਫਿਰ ਉਹਨਾਂ ਤੇ ਕਿਉਂ ਨਹੀਂ ਜਿਹੜੀ ਬੰਦਿਸ਼ ਲੱਗਦੀ ਹੈ। ਸੋ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਵਾਗਤ ਹੈ ਸਰ, ਟੀਵੀ ਸੈੱਟ ਦੀ ਆਵਾਜ਼ ਘੱਟ ਕਰ ਲਿਓ। ਸੁਣ ਪਾ ਰਹੇ ਹੋ ਜੀ? ਮਾਫ ਕਰਨਾ ਜੀ, ਸਾਡੇ ਕਾਲਰ ਦੀ ਜਿਹੜੀ ਆਵਾਜ਼ ਹੈ ਸਾਡੇ ਕੋਲ ਨਹੀਂ ਪਹੁੰਚੀ। ਸੋ ਅਗਲੀ ਕਾਲ ਲੈ ਲੈਂਦੇ ਹਾਂ ਜੀ। ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਕਲੀਅਰ ਕਰੋ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਸਵਾਗਤ ਹੈ ਜੀ। ਕਲੀਅਰ ਕਰੋ, ਆਵਾਜ਼ ਨਹੀਂ ਸਾਫ਼ ਆ ਰਹੀ। ਆਵਾਜ਼ ਤੁਹਾਨੂੰ ਠੀਕ ਨਹੀਂ ਆ ਰਹੀ ਜੀ? ਆਵਾਜ਼ ਸਾਫ਼ ਨਹੀਂ ਸੁਣ ਰਹੀ? ਹਾਂ, ਪੂਰੀ ਕਲੀਅਰ ਨਹੀਂ ਆ ਰਹੀ। ਅੱਛਾ, ਪੂਰੀ ਕਲੀਅਰ ਨਹੀਂ ਆ ਰਹੀ। ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਬਿਲਕੁਲ ਕਲੀਅਰ ਆ ਰਹੀ ਆ, ਤੇ ਕਿਰਪਾ ਜਿਹੜੀ ਆਪਣੀ ਗੱਲ ਆ ਤੁਸੀਂ ਉਹ ਰੱਖੋ। ਹੈਲੋ, ਆਪਣੀ ਗੱਲ ਰੱਖੋ ਸਰ। ਸਾਡੇ ਕੋਲ ਆਵਾਜ਼ ਤੁਹਾਡੀ ਸਹੀ ਆ ਰਹੀ ਹੈ। ਆਵਾਜ਼ ਨਹੀਂ ਆ ਰਹੀ। ਮਾਫੀ ਚਾਹੁੰਦੇ ਹਾਂ ਜੀ, ਜੇਕਰ ਆਵਾਜ਼ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਤਾਂ ਅਸੀਂ ਜਲਦ ਇਸ ਨੂੰ ਠੀਕ ਕਰ ਲੈਂਦੇ ਹਾਂ, ਤੇ ਸਾਡੀ ਟੈਕਨੀਕਲ ਟੀਮ ਜਿਹੜੀ ਆ ਉਹ ਇਸ 'ਤੇ ਕੰਮ ਕਰ ਰਹੀ ਹੈ। ਸੋ ਇਸ ਤਰ੍ਹਾਂ ਦੀ ਜੋ ਗੱਲ ਅਸੀਂ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਆਖਿਰਕਾਰ ਆਪਣੇ ਗਾਣਿਆਂ ਦੇ ਵਿੱਚ ਜਿਹੜੀਆਂ ਫੁਕਰਪੁਣੇ ਦੀਆਂ ਹੱਦਾਂ ਨੇ ਉਹ ਟੱਪਦਾ ਕਿਉਂ ਜਾ ਰਿਹਾ, ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ, ਤੇ ਆਖਿਰਕਾਰ ਸਾਬਿਤ ਕੀ ਕਰਨਾ ਚਾਹ ਰਿਹਾ ਸਿੱਧੂ ਮੂਸੇਵਾਲਾ। ਸੋਚਣ ਵਾਲੀ ਗੱਲ ਹੈ, ਕਿਉਂਕਿ ਜੇ ਇੱਕ ਪਾਸੇ ਤੁਸੀਂ ਇੰਨੀ ਵੱਡੀ ਫੜ ਮਾਰਦੇ ਹੋ ਕਿ ਮੈਂ ਜੀ ਜੇਲ੍ਹਾਂ ਦੀਆਂ ਸਜ਼ਾਵਾਂ ਤੋਂ ਵੀ ਨਹੀਂ ਡਰਦਾ, ਤੇ ਫਿਰ ਤੁਸੀਂ ਇੱਕ ਪਾਸੇ ਦੂਜੇ ਪਾਸੇ ਇਹ ਕਿਉਂ ਕਹਿ ਰਹੇ ਹੋ ਕਿ ਜਿਹੜੇ ਅਸੀਂ ਹਥਿਆਰ ਚਲਾਏ ਸੀ ਉਹ ਨਕਲੀ ਹਥਿਆਰ ਸੀ। ਯਾਨੀ ਕਿ ਤੁਸੀਂ ਹਥਿਆਰ ਚਲਾਓ ਨਕਲੀ ਤੇ ਲੋਕਾਂ ਨੂੰ ਦੱਸੋ ਅਸਲੀ ਗਾਣਿਆਂ ਦੇ ਵਿੱਚ, ਤੇ ਫਿਰ ਇਹ ਕਿੱਥੋਂ ਤੱਕ ਜਾਇਜ਼ ਹੈ? ਫਿਰ ਤਾਂ ਅਸੀਂ ਇਹੀ ਸਮਝਾਂਗੇ ਕਿ ਤੁਸੀਂ ਸਾਰੀ ਇਹ ਐਕਟਿੰਗ ਕਰਦੇ ਹੋ ਤੇ ਤੁਹਾਡਾ ਅਸਲੀਅਤ ਦੇ ਵਿੱਚ ਅਜਿਹਾ ਜਿਹਾ ਕੁਝ ਨਹੀਂ ਹੈ, ਸਿਰਫ ਜਿਹੜੀ ਫੁਕਰੀ ਆ ਉਹ ਤੁਸੀਂ ਇਹ ਗਾਣਿਆਂ ਦੇ ਵਿੱਚ ਲਿਆ ਕੇ ਪੇਸ਼ ਕਰਦੇ ਹੋ। ਸੋ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ, ਆਵਾਜ਼ ਠੀਕ ਆ ਰਹੀ ਹੈ ਜੀ? ਹਾਂਜੀ, ਹੁਣ ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਜੀ। ਜੀ ਜੀ ਜੀ। ਤੇ ਮੈਂ ਸਭ ਤੋਂ ਪਹਿਲਾਂ ਤਾਂ ਕਿ ਮੈਂ ਆਪ ਜੀ ਦਾ ਰਣੀ ਹਾਂ ਕਿ ਕੱਲ ਆਪ ਜੀ ਨੇ ਮੇਰੇ ਮਾੜੇ ਜਿਹੇ ਇਸ਼ਾਰੇ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਆਪਣੇ ਕੀਮਤੀ ਟਾਈਮ ਚੋਂ ਕੱਢ ਕੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ। ਹਾਲਾਂਕਿ ਆਪ ਜੀ ਦਾ ਬਹੁਤ ਕੀਮਤੀ ਨਹੀਂ ਜੀ ਨਹੀਂ, ਸੁਭਾਗ ਹੈ ਜੀ ਸਾਡਾ, ਧੰਨਵਾਦ ਸਾਡੇ ਕਿ ਜਿਹੜਾ ਅਸੀਂ ਸ਼ਹੀਦਾਂ ਬਾਰੇ ਕੁਝ ਦੱਸ ਸਕਦੇ। ਬਾਕੀ ਆ ਵੀ ਜੇ ਤੁਸੀਂ ਕਹਿੰਦੇ ਸ਼ਾਇਦ ਕੋਈ ਅਸਰ ਹੋਵੇਗਾ, ਅਸਰ ਬਹੁਤ ਹੋਊਗਾ, ਕਾਰਨ ਕਿ ਤੁਹਾਨੂੰ ਪੂਰੀ ਦੁਨੀਆ ਵਿੱਚ ਸੁਣਿਆ ਜਾਂਦਾ ਹੈ। ਬਾਕੀ ਜਿਹੜੀ ਤੁਸੀਂ ਚੰਗੀ ਚੀਜ਼ ਮੰਨਣਾ ਕਹਿੰਦੇ ਉਹਦਾ ਜ਼ਰੂਰ ਅਸਰ ਹੁੰਦਾ ਹੈ ਜੀ। ਤੇ ਬਾਕੀ ਫਿਰ ਤੁਹਾਡਾ ਧੰਨਵਾਦ। ਬਾਕੀ ਜਿਹੜੀ ਆਪ ਜੀ ਨੇ ਆਹ ਸਿੱਧੂ ਮੂਸੇਵਾਲੇ ਦੀ ਗੱਲ ਲੈ ਕੇ ਆਂਦੇ, ਦੇਖੋ ਇਹ ਸਿੱਧੂ ਮੂਸੇਵਾਲੇ ਕੋਈ ਬਹੁਤ ਵੱਡੀ ਗੱਲ ਹੀ ਹੈ, ਸਿਰਫ ਸਰਕਾਰਾਂ ਦੇ ਪਾਏ ਹੋਏ ਪਾਲਤੂ ਹਨ ਇਹ, ਕਿਉਂਕਿ ਜੇ ਸਰਕਾਰਾਂ ਚਾਹਣ ਤਾਂ ਸਭ ਕੁਝ ਕਰ ਸਕਦੀਆਂ ਹਨ। ਇਹ ਸਿਰਫ ਇੱਕ ਸੈਂਟਰ ਦੀ ਰਾਜਨੀਤੀ ਹੈ, ਕਿਉਂਕਿ ਸਿੱਖਾਂ ਨੂੰ ਖਤਮ ਕਰਨਾ, ਤਾਂ ਉਹ ਚਾਹੇ ਬਾਦਲ ਹੋਣ ਚਾਹੇ ਕੈਪਟਨ ਹੋਣ, ਦੋਏ ਉਹਨਾਂ ਦੇ ਪਾਲਤੂ ਆ, ਦੋਹਾਂ ਦੇ ਖੈਰ ਸਾਰਾ ਕੁਝ ਹੋ ਰਿਹਾ ਆ ਜੀ। ਤੇ ਦੇਖੋ ਕਿਸ ਤਰ੍ਹਾਂ ਇਹ ਇਕੱਲਾ ਨਹੀਂ, ਸੂਰੀ ਹੋਣੀ ਵੀ ਦੇਖੋ ਕਿਦਾਂ ਬਕਵਾਸ ਕਰ ਰਹੇ ਹਨ ਕਿ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ, ਕਿ ਜਦਕਿ ਇੱਕ ਨੌਜਵਾਨ ਬੱਚੇ ਗਰੀਬ ਛੋਟੇ ਗਰੀਬ ਘਰਾਂ ਦੇ ਮਜ਼ਦੂਰਾਂ ਦੇ ਦਲਿਤਾਂ ਦੇ ਬੱਚੇ ਚੁੱਕ ਰਹੇ ਹਨ, ਸੱਦੇ ਢਾ ਰਹੇ ਹਨ, ਤੇ ਕੋਈ ਵੀ ਪਾਰਟੀ ਨਹੀਂ ਬੋਲ ਰਿਹਾ, ਚਾਹੇ ਅਕਾਲੀ ਚਾਹੇ ਕਾਂਗਰਸੀ ਚਾਹੇ ਈਵਨ ਆਮ ਆਦਮੀ ਪਾਰਟੀ ਵੀ ਨਹੀਂ ਬੋਲ ਰਹੀ ਹੈਗੀ, ਨਾ ਇਸ ਮੈਟਰ ਤੇ ਨਾ ਸਿਰਫ ਮੈਟਰ ਤੇ। ਦੇਖੋ ਹਾਲਾਂਕਿ ਅਮਨ ਅਰੋੜਾ ਜੀ ਨਾ, ਅਮਨ ਅਰੋੜੇ ਸੁਧੀਰ ਸੂਰੀ ਦੇ ਮੈਟਰ ਤੇ ਵੀ ਨਹੀਂ ਜੀ ਕੋਈ ਪ੍ਰਤੀਕਿਰਿਆ ਆਈ, ਕੋਈ ਆਈ ਨਹੀਂ ਹੈਗੀ। ਸਾਰੇ ਪੱਛੇ ਕੋਈ ਵੋਟਾਂ ਦਾ ਸਵਾਲ ਹੈ, ਨਾ ਸੂਰੀ ਤੇ ਨਾ ਸਿਰਸੇ ਤੇ ਨਾ ਸਿੱਧੂ ਮੂਸੇਵਾਲੇ ਤੇ। ਸਿੱਧੂ ਮੂਸੇਵਾਲੇ ਦੀ ਕੀ ਔਕਾਤ ਹੈਗੀ ਕਿ ਨਹੀਂ ਬੋਲ ਜਵੇ, ਸਾਰੇ ਕਹੇ ਇਹਨਾਂ ਨੂੰ ਵੋਟਾਂ ਦੀ ਨਹੀਂ ਹੈ, ਹੋਰ ਕੁਛ ਨਹੀਂ ਹੈਗਾ, ਨਾ ਭਗਵੰਤ ਮਾਨ ਬੋਲਿਆ, ਕੋਈ ਨਹੀਂ ਬੋਲਿਆ ਹੈਗਾ। ਕਿੱਦਾਂ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ, ਜਾਂ ਆਪਣੇ ਖਹਿਰਾ ਸਾਹਿਬ ਦਾ, ਜਿਨ੍ਹਾਂ ਨੇ ਕਿ ਘਰ ਘਰ ਜਾ ਕੇ ਉਹਨਾਂ ਦੇ ਦੁੱਖ ਸੁਣੇ, ਉਹਦੇ ਨਾਲ ਖੜੇ, ਉਹਦੀ ਆਵਾਜ਼ ਚੁੱਕੀ ਆ। ਬਾਕੀ ਤਾਂ ਪੰਜਾਬ ਦੇ ਵਿੱਚ ਸਭ ਦਾ ਬੁਰਾ ਹਾਲ ਹੈ। ਸੋ ਅਸੀਂ ਤਾਂ ਹੁਣ ਲੋਕਾਂ ਨੂੰ ਇਹੀ ਗੱਲ ਕਹਿੰਦੇ ਵੀ ਬਹੁਤੀਆਂ ਗੱਲਾਂ ਕਰਨ ਦੇ ਨਾਲੋਂ ਜਾਂ ਬਿਆਨਬਾਜ਼ੀ ਕਰਨ, ਧਰਨੇ ਦੇਣ ਨਾਲੋਂ ਹੁਣ ਮੋਰੇ ਟਾਈਮ ਹੈ ਇੱਕ ਤੀਜਾ ਧੜਾ ਬਣਾਓ, ਜਿਹੜਾ ਕਿ ਡਾਕਟਰ ਧਰਮਵੀਰ ਗਾਂਧੀ ਹੋਣੀ, ਸੁੱਚਾ ਸਿੰਘ ਛੋਟੇਪੁਰ, ਖਹਿਰਾ ਸਾਹਿਬ, ਬੈਂਸ ਬ੍ਰਦਰ ਇਹਨਾਂ ਸਾਰੇ ਆ ਕੇ ਬਣਾਓ, ਤੇ ਉਹ ਤਾਂ ਕਿ ਤੀਜਾ ਧੜਾ ਆਵੇ
ਕਿ ਪੰਜਾਬ ਦਾ ਕੋਈ ਮਾੜਾ ਮੋਟਾ ਫਾਇਦਾ ਹੋਵੇ, ਨਹੀਂ ਤਾਂ ਫਿਰ ਧਰਨੇ ਤੇ ਰਹਾਂਗੇ, ਆਪਾਂ ਰਹਾਂਗੇ, ਹੋਰ ਕੁਝ ਨਹੀਂ ਕਰਨਾ ਹੈਗਾ, ਜਾਂ ਇੱਕ ਦੂਜੇ ਨੂੰ ਨਿੰਦਦੇ ਭੰਨਦੇ ਰਹਾਂਗੇ। ਧੰਨਵਾਦ, ਮਿਹਰਬਾਨੀ ਜੀ। ਜੀ ਬਹੁਤ ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ ਸਾਨੂੰ ਕਾਲ ਕਰਨ ਦੇ ਲਈ। ਸੋ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਰ ਤੁਹਾਡਾ ਸਵਾਗਤ ਹੈ ਬਹੁਤ ਬਹੁਤ। ਜੀ ਭੁੱਲਰ ਸਾਹਿਬ। ਹਾਂਜੀ ਗੱਲ ਇਹ ਵੀ ਮਸਲਾ ਚੱਲਦੀ ਪਈ। ਅੱਛਾ ਉਹਦਾ ਮਨੀ ਪਾਵਰ ਤਾਂ ਆ ਗਈ, ਹੁਣ ਮਸਲ ਪਾਵਰ ਵੀ ਆ ਗਈ, ਕਿਉਂਕਿ ਪਤਾ ਲੱਗ ਗਿਆ ਵੀ ਦੋਸਤਾਂ ਦਾ ਕਾਨੂੰਨ ਕੀ ਵੀ ਪੈਸੇ ਦਾ ਚੱਲਦਾ। ਹੁਣ ਉਹ ਬੰਦੇ ਜਿਆਦਾ ਉਸ ਦਿਨ ਹੀ ਆ ਗਈ ਸੀ ਜਿੱਦਣ ਬਰਨਾਲੇ ਉਹਨਾਂ ਨੇ ਇਹਦਾ ਚਲਾਨ ਕੀਤਾ ਸੀ ਨਾ ਜੀ, ਉਹ ਉਸ ਦਿਨ ਮਤਲਬ ਪਤਾ ਲੱਗ ਗਿਆ। ਨਾਭੇ ਹੋਇਆ ਸੀਗਾ ਜੀ, ਨਾਭੇ। ਹਾਂਜੀ ਹਾਂ, ਇੱਕ ਪਾਸੇ ਦਾ ਭਗੌੜਾ ਆਖਿਆ, ਇੱਕ ਪਾਸੇ ਚਲਾਨ ਉਹਨਾਂ ਪੇਸ਼ ਕਰ ਦਿੱਤਾ ਵੀ ਇਹ ਤੁਸੀਂ ਤਾਂ ਭਗੌੜਾ ਚਲਾਨ ਹੋਇਆ ਪਿਆ ਉਹਦਾ ਬੰਦਾ ਛੱਡਿਆ ਫਿਰਦਾ। ਉਸ ਦਿਨ ਕੇਸ ਖਤਮ ਹੋ ਗਿਆ ਸੀ ਬਿਲਕੁਲ। ਹੁਣ ਇਹ ਦੂਜੀ ਗੱਲ ਹੈ ਵੀ ਇਹ ਸਭ ਤੋਂ ਨੁਕਸਾਨ ਕਿਹਨਾਂ ਨੂੰ ਹੁੰਦਾ, ਜਿਹੜੇ ਅੱਜ ਫੈਨ ਨੇ, ਉਹਦੇ ਪਿੰਡ ਦੇ ਨੇ, ਆਂਢੀ ਗੁਆਂਢੀ ਨਾਲ ਹੀ। ਦੇਖੋ ਜਦੋਂ ਮਸਲ ਪਾਵਰ ਆ ਗਈ, ਹੁਣ ਪੈਸਾ ਆ ਗਿਆ ਤੇ ਨਾਲ ਪੋਲੀਟੀਕਲ ਪਾਵਰ ਵੀ ਆ ਜਾਣੀ। ਉਹਨਾਂ ਬੰਦਿਆਂ ਨੂੰ ਫਿਰ ਉਹਨਾਂ ਦੀਆਂ ਜਾਇਦਾਦਾਂ ਆਪਣੀਆਂ ਘਰ ਖਰੀਦਣੇ, ਉਹਨਾਂ ਨੂੰ ਛਿੱਤਰ ਲਾਉਣੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਖਤਰਾ। ਹੋਰ ਪੰਜਾਬ ਦੇ ਕਿਸੇ ਨੂੰ ਖਤਰਾ ਹੁੰਦਾ। ਬਾਕੀ ਉਹਦਾ ਗੀਤ ਤਾਂ ਇੱਕ ਵੀ ਸੁਣਨ ਵਾਲਾ ਨਹੀਂ। ਆ ਜਿਹੜਾ ਮੁੰਡਾ ਮਰਿਆ ਪਿੱਛੇ ਚਿੱਟੇ ਚ, ਉਹਨੇ ਕਿੰਨਾ ਗੀਤ ਗਾਇਆ ਸੀ, ਮੇਰੇ ਪੈ ਗਈਆਂ ਥੱਲੀਆਂ, ਉਹ ਕਿਸੇ ਨਹੀਂ ਸੁਣਿਆ ਚਿੱਟੇ ਦੇ। ਪਰ ਵੇਲਾ ਸਿੱਧੂ ਮੂਸੇਵਾਲੇ ਦਾ ਕੋਈ ਗਾਣਾ ਵੀ ਚੰਗਾ ਨਹੀਂ ਹੁੰਦਾ, ਕਈ ਲਫ਼ਜ਼ਾਂ ਦਾ ਪਤਾ ਨਹੀਂ ਲੱਗਦਾ। ਉਹ ਅੱਜ ਵੇਲਾ ਹਿੱਟ ਇੱਕ ਯੂਥ ਸੁਣਦਾ ਨਾ ਤੇ ਪੈਸਾ ਪਾਵਰ ਆ। ਬਿਲਕੁਲ ਜੀ, ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਸਾਨੂੰ ਕਾਲ ਕਰਨ ਦੇ ਲਈ, ਆਪਣੇ ਸੁਝਾਅ ਜਿਹੜੇ ਸਾਡੇ ਨਾਲ ਸਾਂਝੇ ਕਰਨ ਦੇ ਲਈ। ਲੇਕਿਨ ਇੱਥੇ ਇੱਕ ਗੱਲ ਬਿਲਕੁਲ ਠੀਕ ਹੈ ਭੁੱਲਰ ਸਾਹਿਬ ਨੇ ਆਖੀ ਹੈ ਕਿ ਜਦੋਂ ਨਾਭਾ ਦੇ ਵਿੱਚ, ਉਦੋਂ ਕਿਉਂਕਿ ਮੂਸੇਵਾਲਾ ਨੂੰ ਜ਼ਮਾਨਤ ਨਹੀਂ ਮਿਲੀ ਸੀ, ਨਾਭਾ ਪੁਲਿਸ 2 ਬਲੈਕ ਜੈਡ ਸ਼ੀਸ਼ੇ ਵਾਲੀਆਂ ਗੱਡੀਆਂ ਨੂੰ ਰੋਕਦੀ ਹੈ ਜੀ। ਅਤੇ ਜਦੋਂ ਰੋਕ ਕੇ ਗੱਡੀ ਦੇ ਵਿੱਚ ਡਰਾਈਵਰ ਨੂੰ ਦੇਖਿਆ ਜਾਂਦਾ ਤੇ ਉਸ ਗੱਡੀ ਦੇ ਵਿੱਚ ਖੁਦ ਸਿੱਧੂ ਮੂਸੇਵਾਲਾ ਡਰਾਈਵ ਕਰ ਰਿਹਾ ਸੀ। ਅਤੇ ਕਿਉਂਕਿ ਉੱਥੇ ਫਿਰ ਮੀਡੀਆ ਮੌਜੂਦ ਸੀ, ਇਸ ਕਰਕੇ ਪੁਲਿਸ ਨੂੰ ਮਜਬੂਰਨ ਸਿੱਧੂ ਮੂਸੇਵਾਲੇ ਨੂੰ ਉਤਾਰਨਾ ਪਿਆ। ਅਤੇ ਸਾਨੂੰ ਤਾਂ ਇਹ ਵੀ ਲੱਗਦਾ ਕਿ ਜੇਕਰ ਉੱਥੇ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਪੁਲਿਸ ਜਨਾਬ ਨੂੰ ਗੱਡੀ ਦੇ ਵਿੱਚੋਂ ਲਾਉਣ ਦੀ ਹਿਮਾਕਤ ਹੀ ਨਾ ਕਰਦੀ, ਇਸ ਤਰ੍ਹਾਂ ਹੀ ਭੇਜ ਦਿੰਦੇ। ਸੋ ਖੈਰ ਗੱਡੀ ਦੇ ਵਿੱਚੋਂ ਉਤਾਰਿਆ ਗਿਆ, ਚਲਾਨ ਕੱਟਿਆ ਗਿਆ। ਹਾਲਾਂਕਿ ਜਿਹੜੇ ਵਕੀਲ ਰਵੀ ਜੋਸ਼ੀ ਨੇ ਇਸ 'ਤੇ PIL ਦਾਇਰ ਕੀਤੀ ਸੀ, ਉਹਨਾਂ ਨੂੰ ਵੀ ਚੰਡੀਗੜ੍ਹ ਬੈਠਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਟਾਈਮ ਸਿੱਧੂ ਮੂਸੇਵਾਲਾ ਦਾ ਚਲਾਨ ਹੋ ਰਿਹਾ ਨਾਭਾ ਦੇ ਵਿੱਚ, ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਰਵੀ ਜੋਸ਼ੀ ਨੇ ਪਟਿਆਲਾ ਦੇ IG ਸਾਹਿਬ ਨੂੰ ਵੀ ਕਾਲ ਕੀਤੀ, ਨਾਭਾ ਪੁਲਿਸ ਦੇ DSP ਨੂੰ, SHO ਨੂੰ, ਸਾਰਿਆਂ ਨੂੰ ਕਾਲ ਕੀਤੀ, ਲੇਕਿਨ ਕਿਸੇ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਸਿੱਧੂ ਮੂਸੇਵਾਲਾ ਨੂੰ ਇੱਥੇ ਨਾਭੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ। ਸੋ ਗਲਤੀ ਕਿਹਦੀ ਆ? ਹੁਣ ਅੱਜ ਜੇਕਰ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਫੁਕਰਪਣੇ ਦੀਆਂ ਹੱਦਾਂ ਟੱਪ ਰਿਹਾ, ਤਾਂ ਉਹਦੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰ ਆ ਸਾਡੀ ਪੰਜਾਬ ਪੁਲਿਸ ਜ਼ਿੰਮੇਵਾਰ ਹੈ। ਸਿੱਧੂ ਮੂਸੇਵਾਲਾ ਸੰਜੇ ਦੱਤ ਦੀ ਗੱਲ ਕਰ ਰਿਹਾ, ਤੇ ਮੈਂ ਤਾਂ ਕਹਿੰਦਾ ਕਿ ਮਹਾਰਾਸ਼ਟਰ ਪੁਲਿਸ ਫਿਰ ਬਹੁਤ ਚੰਗੀ ਸੀ ਜਿਹਨੇ ਇੰਨੇ ਵੱਡੇ ਅਦਾਕਾਰ ਨੂੰ ਅਰੈਸਟ ਕੀਤਾ। ਤੇ ਸਾਡੀ ਪੁਲਿਸ ਕਿਉਂ ਇੰਨੀ ਨਿਕੰਮੀ ਹੋ ਗਈ ਆ ਕਿ ਜੇ ਕੋਈ ਬੰਦਾ ਇੱਕ ਅਪਰਾਧ ਕਰਦਾ ਤੇ ਉਹਦੇ ਖਿਲਾਫ ਮਾਮਲਾ ਵੀ ਦਰਜ ਹੁੰਦਾ ਤੇ ਫਿਰ ਸਾਡੀ ਪੁਲਿਸ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕਦੀ? ਤੇ ਬਿਲਕੁਲ ਸ਼ਰਮਿੰਦਗੀ ਵਾਲੀ ਗੱਲ ਪੰਜਾਬ ਪੁਲਿਸ ਦੇ ਲਈ ਹੈਗੀ ਹੈ ਇੱਥੇ, ਕਿਉਂਕਿ ਜੇਕਰ ਪੰਜਾਬ ਪੁਲਿਸ ਨੇ ਸਹੀ ਤਰੀਕੇ ਦੇ ਨਾਲ ਇਸ ਮਾਮਲੇ ਤੇ ਐਕਟ ਕੀਤਾ ਹੁੰਦਾ ਤੇ ਅੱਜ ਸਿੱਧੂ ਮੂਸੇਵਾਲੇ ਦੀ ਇਹ ਹਿੰਮਤ ਨਾ ਬਣਦੀ ਕਿ ਉਹ ਪੱਤਰਕਾਰਾਂ ਦੇ ਖਿਲਾਫ ਆਪਣੇ ਗਾਣਿਆਂ ਦੇ ਵਿੱਚ ਜਾਂ ਲਾਈਵ ਹੋ ਕੇ ਬੋਲਦਾ, ਤੇ ਹੁਣ ਵਕੀਲਾਂ ਦੇ ਖਿਲਾਫ ਵੀ ਇਸ ਨਵੇਂ ਗਾਣੇ ਦੇ ਵਿੱਚ ਇਹਨੇ ਸਾਰੀਆਂ ਜਿਹੜੀਆਂ ਹੱਦਾਂ ਨੇ ਉਹ ਟੱਪ ਦਿੱਤੀਆਂ ਨੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਇਸ ਮੁੱਦੇ ਨੂੰ ਸ਼ੁਰੂ ਕਰਨ ਵਾਲੇ ਐਡਵੋਕੇਟ ਰਵੀ ਜੋਸ਼ੀ ਜੀ। ਜੋਸ਼ੀ ਸਾਹਿਬ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਰਵੀ ਜੀ, ਜਿਵੇਂ ਕਿ ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀਗੇ ਜ਼ਮਾਨਤ ਦੇ ਮੈਟਰ ਤੇ ਮੈਂ ਉਦੋਂ ਸ਼ਾਇਦ ਕਿਹਾ ਸੀ ਤੁਹਾਨੂੰ ਕਿ ਮੈਨੂੰ ਲੱਗਦਾ ਕਿ ਮੂਸੇਵਾਲਾ ਨੇ ਇਸ 'ਤੇ ਵੀ ਇੱਕ ਜਿਹੜਾ ਗੀਤ ਆ ਇੱਕ ਬਣਾ ਦੇਣਾ। ਹਾਲਾਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਉਹਦੇ ਗੀਤਾਂ ਦਾ ਵਿਰੋਧ ਨਹੀਂ ਕਰਦੇ, ਲੇਕਿਨ ਹੁਣ ਤਾਂ ਸਿੱਧੂ ਮੂਸੇਵਾਲੇ ਨੇ ਵਕੀਲਾਂ ਨੂੰ ਵੀ ਗਾਣੇ ਦੇ ਵਿੱਚ ਲੈ ਲਿਆ। ਤੁਸੀਂ ਸੁਣਿਆ ਹੋਣਾ ਗੀਤ? ਹਾਂਜੀ, ਮੈਂ ਕੱਲ ਇਹ ਗਾਣਾ ਸੁਣਿਆ ਸੀ, ਉਹਦੇ 'ਚ ਉਹਨਾਂ ਨੇ ਵਕੀਲਾਂ ਬਾਰੇ ਵੀ ਬੋਲਿਆ ਜੀ, ਤੇ ਜੁਡੀਸ਼ਰੀ ਬਾਰੇ ਵੀ ਆਈ ਥਿੰਕ ਮੈਨੂੰ ਕਿਸੇ ਨੇ ਕੋਈ ਦੱਸਿਆ ਸੀ, ਉਹਦੇ ਵਿੱਚ ਬੋਲਿਆ। ਤੇ ਨਾਲੇ ਉਹਨੇ ਲਾਸਟ ਦੇ ਵਿੱਚ ਸੌਂਗ ਦੇ ਵਿੱਚ ਜਿਹੜਾ ਐਂਡਿੰਗ ਕੀਤੀ ਆ, ਉਹਨੇ ਆ ਵੀ ਬੋਲਿਆ ਜਿਹਦੇ ਦੇ ਪਰਚੇ ਹੁੰਦੇ ਆ ਬਸ ਉਹੀ ਬੰਦੇ ਉਹ ਬੰਦੇ ਹੁੰਦੇ ਆ, ਬਿਲਕੁਲ ਬਾਕੀ ਬੰਦੇ ਹੁੰਦੇ ਆ। ਸੋ ਆਈ ਥਿੰਕ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗੇ ਬੰਦੇ, ਬਾਕੀ ਹੋਰ ਜਿਹੜੇ ਫਰੀडम ਫਾਈਟਰ ਜਿਹੜੇ ਆਪਣੇ ਹੋ ਰਹੇ ਨੇ ਕਾਫੀ, ਉਸ ਤੋਂ ਬਾਅਦ ਜਿਹੜੇ
ਆਪਣੀ ਦੇਸ਼ ਦੀ ਸੁਰੱਖਿਆ ਕਰਦੇ, ਆਪਣੇ ਦੇਸ਼ ਦੀ ਆਰਮੀ, ਯਾਨੀ ਕਿ ਉਹ ਤਾਂ ਹੀਰੋ ਹੀ ਨਹੀਂ ਹੈ, ਹੀਰੋ ਹੀ ਇਕੱਲਾ ਇਹੀ ਰਹਿ ਗਿਆ ਪੰਜਾਬ। ਇਹੀ ਹੈ। ਨਾਲੇ ਦੂਜੀ ਗੱਲ ਹੈ ਕਿ ਸੰਜੇ ਦੱਤ ਦੀ ਗੱਲ ਕਰਦਾ ਬਾਈ ਜੀ, ਵੀ ਸੰਜੇ ਦੱਤ ਨਾਲ ਕੰਪੈਰੀਜ਼ਨ ਕਰ ਰਿਹਾ। ਸੰਜੇ ਦੱਤ ਦੇ ਫਾਦਰ ਨੇ ਤਾਂ ਆਈ ਥਿੰਕ ਬਾਹਰ ਜਦੋਂ ਸ਼ੂਟਿੰਗ ਕਰ ਰਿਹਾ ਸੀ ਉਹਨੂੰ ਬੁਲਾ ਕੇ ਤੇ 에ਅਰਪੋਰਟ ਤੋਂ ਅਰੈਸਟ ਕਰਾਇਆ ਸੀਗਾ। ਤੇ ਸੰਜੇ ਦੱਤ ਦੀ ਕੀ ਰੀਸ ਕਰੇਗਾ? ਅਸਲੀ ਮਰਦ, ਹਾਂਜੀ, ਅਸਲੀ ਜਿਹੜਾ ਮਰਦ ਬੰਦਾ ਹੁੰਦਾ ਨਾ, ਉਹ ਇਹ ਨਹੀਂ ਕਹਿੰਦਾ, ਉਹ ਹਮੇਸ਼ਾ ਭੱਜਦਾ ਨਹੀਂ ਹੁੰਦਾ, ਉਹ ਕਹਿੰਦਾ ਹੁੰਦਾ ਵੀ ਮੈਂ ਇਹ ਕੰਮ ਕੀਤਾ। ਸੰਜੇ ਦੱਤ ਉਹਦਾ ਮਤਲਬ ਇਹ ਨਹੀਂ ਕਿ ਚਲਾਈ ਤੁਸੀਂ AK-47 ਤੇ ਬਾਅਦ ਚ ਤੁਸੀਂ ਕਹਿ ਦੋ ਜੀ ਉਹ ਤਾਂ ਟੋਏ ਗਨ ਸੀ। ਚਲਾਇਆ ਇਹ ਦੇਖੋ ਜੀ, ਹੁਣ ਤਾਂ ਕਾਗਜ਼ਾਂ 'ਚ ਇਹ ਕਹਿ ਰਿਹਾ ਨਾ ਮੈਂ ਟੋਏ ਵੈਪਨ ਚਲਾਇਆ, ਠੀਕ ਹੈ ਜੀ। ਜਦੋਂ ਦੀ ਬੇਲ ਹੋਈ ਹੈ ਇਹਨੇ ਗੱਲ ਕਹੀ ਮੈਂ ਟੋਏ ਵੈਪਨ ਚਲਾਇਆ, ਤੇ ਜੇ ਅਸਲੀ ਮਰਦ ਦਾ ਬੱਚਾ ਤੇ ਕਵੇ ਮੰਨੇ, ਐਡਮਿਟ ਮੰਨ ਲੈਂਦਾ, ਬਿਲਕੁਲ ਐਡਮਿਟ ਕਰੇ। ਆਪਾਂ ਕੋਈ ਐਜ਼ ਅ ਲਾਇਰ ਗੱਲ ਨਹੀਂ ਕਰਦੇ, ਜੇ ਇਹ ਬੰਦਿਆਂ ਦੀ ਗੱਲ ਕਰਦਾ ਨਾ ਤੇ ਇਹ ਐਡਮਿਟ ਕਰੇ ਵੀ ਹਾਂ ਮੈਂ AK-47 ਚਲਾਈ ਆ, ਮੈਂ 9mm ਪਿਸਟਲ ਜਿਹੜਾ 9mm ਮੈਂ ਚਲਾਇਆ, ਬਿਲਕੁਲ। ਤੋਂ ਇਹ ਜੋ ਗੱਲ ਕਹਿੰਦੇ ਵੀ ਟਾਈ ਵੈਪਨ ਚਲਾਇਆ। ਨਾਲੇ ਦੂਜੀ ਗੱਲ ਹੈ ਵੀ ਸੰਜੇ ਦੱਤ ਉਹ ਕਹਿੰਦੇ ਨਾ, ਜਦੋਂ ਕੋਈ ਬੰਦਾ ਜਦੋਂ ਇੱਕ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ ਜਦੋਂ ਗਿੱਦੜ ਜਿਹੜਾ ਸ਼ੇਰ ਦੀ ਖੱਲ ਪਾ ਲੇ ਤੇ ਉਹ ਸ਼ੇਰ ਨਹੀਂ ਬਣ ਜਾਂਦਾ। ਤਾਂ ਮੇਰਾ ਤਾਂ ਕਹਿਣਾ ਉਹਨੂੰ ਇਹੀ ਹੈ ਵੀ ਸਾਨੂੰ ਉਹਦੀ ਗਾਇਕੀ ਨਾਲ, ਮੈਂ ਤੁਹਾਨੂੰ ਪਹਿਲਾਂ ਵੀ ਪਰਸੋਂ ਚੌਥੀ ਤੁਹਾਡੇ ਨਾਲ ਜਦੋਂ ਗੱਲ ਹੋ ਰਹੀ ਸੀ ਇਹੀ ਗੱਲ ਕਹੀ ਸੀ, ਮੈਨੂੰ ਉਹਦੀ ਗਾਇਕੀ ਨਾਲ ਕੋਈ ਪ੍ਰੋਬਲਮ ਨਹੀਂ ਹੈ। ਬਟ ਜੇ ਇਹ ਗਾਣਾ ਦੇ ਵਿੱਚ ਆਪਣੀ ਰੀਅਲ ਲਾਈਫ ਨੂੰ ਲੈ ਕੇ ਆਵੇ ਤੇ ਰੀਅਲ ਲਾਈਫ ਦੇ ਵਿੱਚ ਜਿੱਦਾਂ ਦਾ ਹੈਗਾ ਉਦਾਂ ਦਾ ਪ੍ਰੋਜੈਕਟ ਕਰੇ ਨਾ। ਹਾਂ ਬਿਲਕੁਲ। ਆਪ ਤਾਂ ਹੈਗਾ ਡਰੱਗ ਸਿਸਟਮ ਦਾ, ਉਹਦਾ ਬੰਦੇ ਭੱਜ ਗਏ, ਕੀ ਪਿੰਡ ਦੇ ਵਿੱਚ ਕੀ ਇਹਦਾ ਮੈਸੇਜ ਆ ਗਿਆ ਵੀ ਹਾਂ ਮੈਨੂੰ ਉਹ ਭੱਜ ਗਿਆ ਸੀ, ਗਾਣੇ ਤਾਂ ਐਡੇ ਚੱਕਵੇਂ ਖਾਂਦਾ ਇਹ। ਤੇ ਹੁਣ ਦੂਜੀ ਗੱਲ ਕਹਿੰਦਾ ਮੈਂ ਟਾਈ ਵੈਪਨ, ਤੇ ਸੰਜੇ ਦੱਤ ਨੇ ਕਹਿੰਦਾ ਟਾਈ ਵੈਪਨ ਚਲਾਇਆ ਸੀ, ਉਹਨੇ ਤਾਂ ਮਰਦ ਦਾ ਬੱਚਾ ਉਹਨੇ ਆ ਕੇ ਠੋਕ ਕੇ ਗੱਲ ਕਹੀ ਵੀ ਹਾਂ ਵੀ ਮੈਂ AK-56 ਰੱਖੀ ਹੈ, ਰੱਖੀ ਸੀ, ਆਪਣੇ ਪਿਓ ਦੀ ਸੁਰੱਖਿਆ ਵਾਸਤੇ ਰੱਖੀ ਸੀਗੀ, ਬਿਲਕੁਲ, ਠੀਕ ਹੈ ਨਾ। ਉਹਨੇ ਗੱਲ ਕਹੀ ਹੈ, ਹਾਲਾਂਕਿ ਉਹਦੀ ਕੋਈ ਗੱਲ ਜਾਇਜ਼, ਉਹ ਗੱਲ ਸਹੀ ਨਹੀਂ ਹੈਗੀ, ਉਹ ਵੀ ਇਲੀਗਲ ਐਕਟ ਹੈ, ਬਟ ਉਹਨੇ ਸੱਚਾਈ, ਚਲੋ ਸੱਚਾਈ ਕਬੂਲੀ ਬੰਦੇ ਨੇ। ਹਾਂ ਬਿਲਕੁਲ। ਇਸ ਕਰਕੇ ਆਈ ਥਿੰਕ ਜਿਹੜਾ ਕੰਪੈਰੀਜ਼ਨ ਕਰ ਰਿਹਾ ਉਹ ਇੱਕ ਪਰਚੇ ਨਾਲ ਕਰ ਰਿਹਾ। ਨਾਲੇ ਪਰਚਾ ਪੈ ਗਿਆ 5 ਸਾਲਾਂ ਦੀ ਜੇਲ੍ਹ, ਇਟ ਮੀਨਸ ਕਿਧਰੇ ਨਾ ਕਿਧਰੇ ਤਾਂ ਹੁਣ ਟਰਾਈ ਵੈਪਨ ਕਾਹਦੇ ਵਾਸਤੇ, ਟਰਾਈ ਵੈਪਨ ਕਿੱਥੋਂ ਆ ਗਿਆ? ਇਸ ਕਰਕੇ ਕਈ ਚੀਜ਼ਾਂ ਨੇ ਬਾਈ ਜੀ। ਬਾਕੀ ਗੋਡ ਬਲੈਸ ਹਿਮ, ਪਰਮਾਤਮਾ ਨੂੰ ਮੈਂ ਕਹਿੰਦਾ ਸਦਬੁੱਧੀ ਦੇਵੇ। ਤੇ ਆਈ ਥਿੰਕ ਮੀਡੀਆ ਨੂੰ, ਜਿਵੇਂ ਪਹਿਲਾਂ ਵੀ ਇਹਦੇ ਪੁਤਲੇ ਸਾੜੇ ਗਏ, ਕੁਝ ਹੋਇਆ, ਸੰਜੇ ਦੱਤ ਦੇ ਪਿਓ ਨੇ ਤਾਂ ਇਹਨੂੰ ਅਰੈਸਟ ਕਰਾਇਆ ਸੀਗਾ, ਇਹਦੇ ਮਦਰ ਤੇ ਇਹਦੇ ਫਾਦਰ, ਚਲੋ ਮਾਂ ਸਾਰਿਆਂ ਦੀ ਬਰਾਬਰ ਹੁੰਦੀ ਹੈ, ਬਟ ਲੇਕਿਨ ਪਰ ਸੋਚੇ, ਹਾਂ ਬਿਲਕੁਲ, ਪਰ ਮੱਤ ਤਾਂ ਦੇਣੀ ਚਾਹੀਦੀ ਹੈ ਨਾ ਬੱਚੇ ਨੂੰ। ਮਾਂ, ਜਦੋਂ ਕਹਿੰਦੇ ਮਾਂ ਤਾਂ ਬੱਚੇ ਦੀ ਫਸਟ ਟੀਚਰ ਹੁੰਦੀ ਆ, ਬਿਲਕੁਲ, ਠੀਕ ਹੈ ਜੀ। ਮਾਂ ਬੱਚੇ ਦੀ ਫਸਟ ਟੀਚਰ ਹੁੰਦੀ ਆ। ਸੋ ਇਹਨੇ ਪਹਿਲਾਂ ਵੀ ਮਾਤਾ ਜੀ ਤੋਂ ਆਪਣੇ ਮਾਫੀ ਮੰਗਵਾਈ ਜਦੋਂ ਮਾਈ ਭਾਗੋ, ਦੱਸੋ ਕਿੱਡੀ ਕਿੱਡੀ ਸ਼ਰਮਸਾਰ ਕਰਨ ਵਾਲੀ ਗੱਲ ਸੀ, ਠੀਕ ਹੈ ਜੀ। ਸੋ ਮਾਂ, ਉਹ ਸਾਡੀ ਵੀ ਮਾਂ, ਇਹਦੀ ਮਾਂ ਵੀ ਮਾਂ, ਬਿਲਕੁਲ। ਉਹ ਇਹਦੇ ਉੱਤੇ ਜਿੰਨਾ ਹੱਕ ਰੱਖਦੀ ਹੈ ਸਾਡੇ ਤੇ ਵੀ ਉਨਾ ਹੀ ਹੱਕ ਰੱਖਦੀ ਹੈ। ਬਟ ਉਹਨੇ ਇੱਕ ਗਲਤ ਪ੍ਰਿੰਸੀਪਲ ਸੈੱਟ ਕੀਤਾ। ਜੇ ਬੀਇੰਗ ਅ ਸਰਪੰਚ, ਬੀਇੰਗ ਅ ਫਸਟ ਪਰਸਨ ਆਫ ਵਿਲੇਜ, ਉਹਨੂੰ ਇਹ ਚਾਹੀਦਾ ਸੀਗਾ ਵੀ ਮੇਰਾ ਮੁੰਡੇ ਨੇ ਕੋਈ ਗਲਤ ਕੰਮ ਕੀਤਾ ਤੇ ਚੱਕੋ, ਆਹ ਖੜਾ ਮੇਰਾ ਮੁੰਡਾ, ਇਹਨੂੰ ਸਜ਼ਾ ਦਿਓ, ਬਿਲਕੁਲ, ਠੀਕ ਹੈ ਨਾ। ਸੋ ਪਿੰਡ ਦੇ ਵਿੱਚ ਕਿੰਨਾ ਵਧੀਆ ਮੈਸੇਜ ਜਾਣਾ ਸੀਗਾ, ਸਮਾਜ ਦੇ ਵਿੱਚ ਕਿੰਨਾ ਵਧੀਆ ਮੈਸੇਜ ਜਾਣਾ ਸੀਗਾ। ਇਹ ਹੁਣ ਪਤਾ ਨਹੀਂ ਕੀ ਸਿਸਟਮ ਹੈ ਕੀ ਨਹੀਂ, ਲੇਕਿਨ ਅਸੀਂ ਉਹਦੀ ਮਾਂ ਦੀ ਵੀ ਅਸੀਂ ਉਨੀ ਇੱਜ਼ਤ ਕਰਦੇ ਹਾਂ ਜਿੰਨੀ ਅਸੀਂ ਆਪਣੀ ਮਾਂ ਦੀ ਕਰਦੇ। ਅੱਛਾ ਰਵੀ ਜੀ, ਹੁਣ ਜਿਸ ਤਰੀਕੇ ਦੇ ਨਾਲ ਵਕੀਲ ਭਾਈਚਾਰੇ ਤੇ ਮੂਸੇ ਵਾਲਾ ਨੇ ਹੁਣ ਗਾਣੇ ਦੇ ਵਿੱਚ ਬੋਲਿਆ, ਕੋਈ ਇਸ ਤੇ ਐਕਸ਼ਨ ਤੁਸੀਂ, ਤੁਹਾਡਾ ਭਾਈਚਾਰਾ ਲੈ ਰਿਹਾ? ਦੇਖੋ ਹਾਲੇ ਤਾਂ ਇਹ ਕੱਲ ਦੀ ਗੱਲ ਦੀ ਹੈ ਮੇਰੇ ਖਿਆਲ ਚ, ਸੈਟਰਡੇ ਤੇ ਮੰਡੇ ਤੋਂ ਦੇਖੋ ਕੀ ਹੁੰਦਾ ਬਾਈ ਜੀ। ਬਾਕੀ ਸਾਡੇ ਕਈ ਵਕੀਲ ਭਰਾ, ਅੱਜ ਵੀ ਮੈਨੂੰ 2-3 ਬੰਦਿਆਂ ਦੇ ਫੋਨ ਆਏ, ਸੋ ਇਹਨੇ ਆਈ ਥਿੰਕ ਇੱਕ ਮਾਫੀ ਵੀ ਮੰਗੀ ਸੀਗੀ, ਉਹਦੇ ਚ ਲਿਖਿਆ ਇਹਨੇ, ਜਿਹੜੇ ਇਹਦੇ ਈਵਨ ਤੱਕ ਕਿ ਜਿਹੜੇ ਇਹਦੇ ਐਡਵੋਕੇਟਸ ਨੇ ਜਿਹੜੇ ਇਹਨੂੰ ਰਿਪਰੈਜ਼ੈਂਟ, ਮਾਫੀ ਇਹਨੇ ਫੇਰ ਮੰਗ ਲੈਣੀ ਆ, ਮਾਫੀ ਫੇਰ ਮੰਗ ਲੈਣੀ ਹੈ। ਨਹੀਂ, ਮੈਂ ਤੁਹਾਨੂੰ ਦੇਖੋ ਜੀ, ਇਹਨੇ, ਅਸੀਂ ਕੋਈ ਰੱਬ ਨਹੀਂ ਬਣ ਗਏ, ਠੀਕ ਹੈ, ਮਾਫ ਕਰਨ ਵਾਲਾ ਹੀ ਬਹੁਤ ਵੱਡਾ ਹੁੰਦਾ, ਠੀਕ ਹੈ ਨਾ। ਤੇ ਦੂਜੀ ਗੱਲ ਇਹ ਹੈ ਵੀ ਜੇ ਇਹ ਤਰੀਕੇ ਨਾਲ ਮਾਫੀ ਮੰਗ ਲੂਗਾ ਸਾਰੇ ਵਕੀਲ ਭਰਾਵਾਂ ਤੋਂ ਤੇ ਬਹੁਤ ਵਧੀਆ ਗੱਲ ਹੈ, ਇਹਦੇ ਵਾਸਤੇ ਵੀ ਵਧੀਆ ਰਹੂਗਾ। ਅੱਛਾ, ਆਖਰੀ ਸਵਾਲ ਹੈ ਰਵੀ ਜੀ, ਆਖਰੀ ਸਵਾਲ ਹੈ, ਮਾਫ ਕਰਨਾ ਤੁਹਾਨੂੰ ਟੋਕ ਰਿਹਾ ਮੈਂ, ਆਖਰੀ ਸਵਾਲ ਹੈ ਜੀ, ਜੋ ਇਸ ਤਰ੍ਹਾਂ ਦੀਆਂ ਹੁਣ ਗਤੀਵਿਧੀਆਂ ਚੱਲ ਰਹੀਆਂ ਨੇ, ਜਾਂ ਜੋ ਵੀ ਮੈਂ ਪਹਿਲਾਂ ਕਿਹਾ ਕਿ ਗੀਤਾਂ ਦੇ ਵਿੱਚ ਹੁਣ ਫੁਕਰਪਣੇ ਦੀਆਂ ਸਾਰੀਆਂ ਹੱਦਾਂ ਨੇ ਉਹ ਟੱਪ ਦਿੱਤੀਆਂ ਨੇ, ਇਹਦਾ ਜ਼ਿੰਮੇਵਾਰ ਤੁਸੀਂ ਕੀ ਪੰਜਾਬ ਪੁਲਿਸ ਨੂੰ ਮੰਨਦੇ ਹੋ? ਦੇਖੋ ਜੀ, ਜਸਟਿਸ ਰਜੀਵ ਸ਼ਰਮਾ ਜੀ ਦੀ ਜਜਮੈਂਟ ਸੀਗੀ ਵੀ ਕੋਈ ਵੀ ਬੰਦਾ ਹਥਿਆਰ, ਜਿਹੜਾ ਸਿੰਗਰ ਹੈ, ਹਥਿਆਰ ਕਲਚਰ ਨੂੰ, ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰੇਗਾ। ਤੇ ਜੇ ਇਹ ਗੱਲ ਕਰ ਰਹੇ ਨੇ ਤੇ ਕਿਧਰੇ ਨਾ ਕਿਧਰੇ ਪੰਜਾਬ ਪੁਲਿਸ ਦੀ ਜਿਹੜੀ ਨਲਾਇਕੀ ਹੈ, ਜਿਹੜੇ ਇਹ ਜਿਹੇ ਬੰਦੇ ਜਿਹੜੇ ਨੇ, ਕੱਲ ਨੂੰ ਉਹਨਾਂ ਦੇ ਬੱਚੇ ਵੀ ਜਿਹੜੇ ਨੇ, ਕਿਉਂਕਿ ਪੰਜਾਬੀ ਸਭੇ ਦਾ ਹਰ ਇੱਕ ਬੰਦਾ ਜਿਹੜਾ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਸਿੰਗਰਾਂ ਦਾ ਕੋਈ ਘਾਟਾ ਨਹੀਂ ਹੈ, ਕੱਲ ਨੂੰ ਕੀ ਪਤਾ ਮੇਰੇ ਘਰ ਤੋਂ, ਤੁਹਾਡੇ ਘਰ ਤੋਂ, ਜਾਂ ਪੰਜਾਬ ਪੁਲਿਸ ਦੇ ਘਰ ਦੇ ਵਿੱਚੋਂ ਕੋਈ ਬੰਦਾ ਜਿਹੜਾ ਹੈਗਾ, ਜਿਹੜਾ ਬੱਚਾ ਉਹ ਅੱਗੇ ਆ ਜਾਏ ਤੇ ਇਹੀ ਜਿਹੀ ਗਾਇਕੀ ਕਰੂਗਾ ਤੇ
ਕਿਤੇ ਨਾ ਕਿਤੇ ਪ੍ਰੋਬਲਮ ਚਾਹੂਗਾ, ਫਿਰ ਉਹਨਾਂ ਨੂੰ ਪਤਾ ਲੱਗੂਗਾ। ਤੇ ਇਹ ਚੀਜ਼ ਨੂੰ ਤਾਂ ਹਲੇ ਲਗਾਮ ਲਗਾਉਣੀ ਚਾਹੀਦੀ ਹੈ ਤੇ ਬਹੁਤ ਜ਼ਰੂਰੀ ਹੈ ਇਸ ਚੀਜ਼ ਤੇ ਲਗਾਮ ਲਾਣੀ, ਕਿਉਂਕਿ ਜਿਹੜਾ ਗਨ ਕਲਚਰ ਹੈ, ਆਪਾਂ ਨਹੀਂ ਚਾਹੁੰਦੇ ਵੀ ਪੰਜਾਬ ਦਾ ਮਾਹੌਲ ਅੱਗੇ ਕੋਈ ਏਦਾਂ ਦਾ ਖਰਾਬ ਹੋਵੇ। ਆਪਾਂ ਪੰਜਾਬ ਬੜਾ ਇੱਕ ਪੀਸਫੁਲ ਸਟੇਟ ਹੈ ਤੇ ਉਹ ਬਣੀ ਰਹਿਣੀ ਚਾਹੀਦੀ ਹੈ। ਏਦਾਂ ਦੇ ਗਾਣੇ ਜਿਹੜੇ ਨੇ, ਹੋਰ ਪੰਜਾਬੀ ਗਾਇਕੀ ਨਹੀਂ ਇਹ ਗੱਲ ਕਹਿੰਦੀ ਵੀ ਹਾਂ ਵੀ ਤੁਸੀਂ ਅੱਧੇ ਚੱਕਵੇਂ ਗਾਣੇ ਗਾਓ ਤੇ ਜਿੱਥੇ ਜਨਰਲ ਵਾਇਲੇਸ਼ਨ ਕ੍ਰੀਏਟ ਹੋਵੇ। ਸੋ ਮੇਰਾ ਤਾਂ ਇਹੀ ਹੈ, ਪੰਜਾਬ ਪੁਲਿਸ ਨੂੰ ਰਿਕਵੈਸਟ ਹੀ ਕਰ ਸਕਦੇ ਹਾਂ, ਬਿਕੋਜ਼ ਆਈ ਥਿੰਕ ਰਿਕਵੈਸਟ ਹੀ ਕਰ ਸਕਦੇ ਹਾਂ, ਕਿਉਂਕਿ ਪੰਜਾਬ ਪੁਲਿਸ ਤਾਂ ਆਪਣੀ ਮਨਮਾਨੀ ਕਰਦੀ ਹੈ ਤੇ ਅਸੀਂ ਰਿਕਵੈਸਟ ਉਹਨਾਂ ਨੂੰ ਇਹ ਕਰਦੇ ਹਾਂ ਵੀ ਹਾਂ ਵੀ ਇਹੋ ਜਿਹੇ ਬੰਦੇ ਦੇ ਅਗੇਂਸਟ ਐਕਸ਼ਨ ਲਿੱਤਾ ਜਾਵੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੀ ਕੋਈ ਗਾਇਕੀ ਜਿਹੜਾ ਉਹ ਕੋਈ ਗਾਇਬ ਹੈ। ਜੀ ਬਿਲਕੁਲ, ਸ਼ੁਕਰੀਆ ਰਵੀ ਜੋਸ਼ੀ ਜੀ, ਸਾਡੇ ਨਾਲ ਜੁੜਨ ਦਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਸੋ ਸਾਡੇ ਦਰਸ਼ਕ ਨੇ ਜੀ ਬਲਰਾਮ ਸਿੰਘ ਧਾਲੀਵਾਲ ਹੋਰੀ ਰੋਜ਼ ਹੀ ਜਿਹੜੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਵਿਚਾਰ ਸਾਂਝੇ ਸਾਡੇ ਨਾਲ ਕਰਦੇ ਨੇ। ਪਹਿਲਾਂ ਤਾਂ ਅਸੀਂ ਇਹਨਾਂ ਤੋਂ ਮਾਫੀ ਵੀ ਚਾਹੁੰਦੇ ਹਾਂ, ਕਿਉਂਕਿ ਰੋਜ਼ ਅਸੀਂ ਇਹਨਾਂ ਦੇ ਕਮੈਂਟ ਪੜ੍ਹ ਕੇ ਸਾਂਝੇ ਨਹੀਂ ਕਰ ਸਕਦੇ। ਤੇ ਬਲਰਾਮ ਸਿੰਘ ਧਾਲੀਵਾਲ ਉਹਨਾਂ ਨੇ ਜੀ ਲਿਖਿਆ ਜੀ, ਸੰਜੇ ਦੱਤ ਨੇ ਆਪਣੇ ਗੁਨਾਹ ਨੂੰ ਮਹਿਸੂਸ ਕੀਤਾ ਅਤੇ ਜੇਲ੍ਹ ਕੱਟਣ ਤੋਂ ਬਾਅਦ ਆਪਣੀ ਜ਼ਿੰਦਗੀ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਬਤੀਤ ਕੀਤੀ। ਸਿੱਧੂ ਦੀ ਤੁਲਨਾ ਸੰਜੇ ਦੱਤ ਨਾਲ ਨਹੀਂ ਕੀਤੀ ਜਾ ਸਕਦੀ। ਬਿਲਕੁਲ ਸਹੀ ਗੱਲ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਲਰਾਮ ਸਿੰਘ ਜੀ ਸਾਡੇ ਤੱਕ ਇਹ ਵਿਚਾਰ ਸਾਂਝੇ ਕਰਨ ਦਾ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਇੱਕ ਬ੍ਰੇਕ ਦਾ। ਅਸੀਂ ਜਲਦੀ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਵਾਪਸ ਆ ਕੇ ਫਿਰ ਇਸੇ ਮਸਲੇ 'ਤੇ ਵੀ ਚਰਚਾ ਹੋਏਗੀ ਤੇ ਨਾਲ ਹੀ ਚਰਚਾ ਹੋਏਗੀ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਜੋ ਵਿਰੋਧੀ ਪਾਰਟੀਆਂ ਨੇ ਉਹ ਇਕਜੁੱਟ ਹੋ ਕੇ ਸਰਕਾਰ ਦੇ ਵਿਰੁੱਧ ਆ ਕੇ ਖੜ ਗਈਆਂ ਨੇ। ਸੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।